ਬਾਰ੍ਹਾਂ ਮਾਹਾ ਮਾਝ ਮਹਿਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਤੀਨ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ। ਹਰ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮਿਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਨਵੇਂ ਵਰ੍ਹੇ ਦੀ ਆਰੰਭਤਾ ਹੈ। ਨਾਨਕ ਸ਼ਾਹੀ ਸੰਮਤ ਜੋ ਕਿ 553ਵਾਂ ਵਰ੍ਹਾ ਆਰੰਭ ਹੋ ਰਿਹਾ ਹੈ। ਗੁਰਬਾਣੀ ਦੇ ਵਿੱਚ ਮਨੁੱਖਾ ਜੀਵਨ ਨੂੰ ਬਹੁਤ ਮਹਾਨ ਦੱਸਿਆ। ਇਹ ਜੋ ਮਿਲੀ ਹੋਈ ਮੋਹਲਤ ਹੈ, ਮਿਲਿਆ ਹੋਇਆ ਸਮਾਂ ਹੈ, ਬਹੁਤ ਹੀ ਅਮੋਲਕ ਹੈ, ਬੜਾ ਕੀਮਤੀ ਹੈ। ਉਂਝ ਗੁਰਮਤਿ ਮੁਤਾਬਕ ਕੋਈ ਦਿਨ ਚੰਗਾ ਜਾਂ ਮਾੜਾ ਨਹੀਂ। ਗੁਰਬਾਣੀ ਨੇ ਤਾਂ ਉਸ ਦਿਨ ਨੂੰ ਪਵਿੱਤਰ ਮੰਨਿਆ ਜਿਸ ਦਿਨ ਮਨੁੱਖ ਪਰਮਾਤਮਾ ਦਾ ਨਾਮ ਲੈਂਦਾ, ਨੇਕ ਕਰਮ ਕਰਦਾ ਹੈ। ਇਹ ਨਵਾਂ ਵਰ੍ਹਾ ਨਾਨਕ ਸ਼ਾਹੀ ਸੰਮਤ, ਕਿਉਂਕਿ ਚੇਤਰ ਦਾ ਮਹੀਨਾ ਨਾਨਕ ਸ਼ਾਹੀ ਸੰਮਤ ਦਾ ਪਹਿਲਾ ਮਹੀਨਾ ਹੈ। ਜਿਸ ਤਰ੍ਹਾਂ ਈਸਵੀ ਸੰਨ ਦਾ ਜਨਵਰੀ ਮਹੀਨੇ ਤੋਂ ਨਵਾਂ ਵਰ੍ਹਾ ਆਰੰਭ ਹੁੰਦਾ ਹੈ, ਜਨਵਰੀ ਪਹਿਲਾ ਮਹੀਨਾ ਹੈ। ਇਸੇ ਤਰ੍ਹਾਂ ਨਾਨਕ ਸ਼ਾਹੀ ਸੰਮਤ ਵਿੱਚ ਚੇਤਰ ਦਾ ਮਹੀਨਾ ਪਹਿਲਾ ਮਹੀਨਾ ਹੈ। ਤੇ ਜੋ 12 ਮਾਹ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਹੈ, ਇਸ ਬਾਣੀ ਦੇ 14 ਪਹਿਰੇ ਹਨ। ਜਦ ਕਿ ਆਪਾਂ ਜਦੋਂ ਗਿਣਤੀ ਕਰਾਂਗੇ ਜੋ ਮਹੀਨੇ ਉਹ 12 ਨੇ, ਤੇ ਦੋ ਜਿਹੜੇ ਪਦੇ ਨੇ, ਇੱਕ ਆਰੰਭਤਾ ਦੇ ਵਿੱਚ ਅਤੇ ਦੂਸਰਾ ਜੋ ਪਦਾ ਹੈ ਇੱਕ ਅਖੀਰ ਦੇ ਵਿੱਚ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਸੋ ਆਓ ਅੱਜ ਆਪਾਂ
ਜੋ ਇਹ ਆਰੰਭਤਾ ਦੇ ਵਿੱਚ ਪਦਾ ਦਰਜ ਹੈ, ਇਸ ਦੀ ਵਿਚਾਰ ਸਰਵਣ ਕਰਦੇ ਹਾਂ। 12 ਮਾਹ ਇਹ ਬਾਣੀ ਦਾ ਨਾਮ ਹੈ। ਮਾਝ ਰਾਗ ਦੇ ਵਿੱਚ ਇਹ ਬਾਣੀ ਦਰਜ ਹੈ। ਮਹਿਲਾ ਪੰਜਵਾਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਇਹ ਬਾਣੀ ਹੈ। ਘਰ ਚੌਥਾ। ਇਸ ਬਾਣੀ ਨੂੰ ਚੌਥੇ ਘਰ ਵਿੱਚ ਗਾਇਨ ਕਰਨ ਦੀ ਤਾਕੀਦ ਹੈ। ਆਰੰਭਤਾ ਦੇ ਵਿੱਚ ਸੰਖੇਪ ਰੂਪ ਮੂਲ ਮੰਤਰ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਕੋਈ ਨਹੀਂ। ਉਹ ਨਿਰੰਤਰ ਹਾਜ਼ਰ ਨਾਜ਼ਰ ਹੈ, ਸਾਰੀਆਂ ਥਾਵਾਂ 'ਤੇ ਵਿਆਪਕ ਹੈ। ਅਤੇ ਐਸਾ ਸੋਹਣਾ ਪ੍ਰਭੂ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲਹੁ ਰਾਮ। ਇਸ ਪੰਕਤੀ ਨੂੰ ਬੜੇ ਧਿਆਨ ਦੇ ਨਾਲ ਵੇਖੋ। ਇਸ ਵਿੱਚ ਵਿਛੋੜੇ ਦੀ ਤੇ ਮਿਲਾਪ ਦੀ ਗੱਲ ਆ ਗਈ। ਵਿਛੋੜੇ ਦਾ ਕਾਰਨ ਕੀ ਹੈ, ਮਿਲਾਪ ਦਾ ਸਾਧਨ ਕੀ ਹੈ, ਇਹ ਗੁਰੂਦੇਵ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਨੂੰ ਸਮਝਾਇਆ। ਵਿਛੋੜੇ ਦਾ ਕਾਰਨ ਹੈ ਆਪਣੇ ਕੀਤੇ ਹੋਏ ਮੰਦੇ ਕਰਮ, ਤੇ ਮਿਲਾਪ ਦਾ ਸਾਧਨ ਹੈ ਪ੍ਰਭੂ ਦੀ ਕਿਰਪਾ। ਕਿਰਤ ਕਰਮ ਕੇ ਵਿਛੁੜੇ। ਹੇ ਪ੍ਰਭੂ, ਅਸੀਂ ਆਪਣੇ ਕੀਤੇ ਹੋਏ ਮੰਦੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ। ਆਪਣੀ ਗਲਤੀ ਨੂੰ ਪ੍ਰਵਾਨ ਕਰ ਲੈਣਾ, ਮੰਨ ਲੈਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਗੁਰਬਾਣੀ ਦੇ ਵਿੱਚ ਸਾਨੂੰ ਇਹੀ ਸਮਝਾਇਆ ਹੈ ਕਿ ਪਹਿਲਾਂ ਤਾਂ ਆਪਣੇ ਆਪ ਦੇ ਉੱਤੇ ਇਹ ਗੱਲ ਤੁਸੀਂ ਪ੍ਰਵਾਨ ਕਰੋ ਕਿ ਸਾਡੇ ਵਿੱਚ ਔਗਣ ਨੇ। ਸਾਡੇ ਔਗਣਾਂ ਕਰਕੇ ਹੀ ਅਸੀਂ ਪ੍ਰਮਾਤਮਾ ਤੋਂ ਵਿਛੜੇ ਹੋਏ ਹਾਂ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਬਾਣੀ ਵਿੱਚ ਆਉਂਦਾ ਹੈ। ਤਪ ਤਪ ਲੋਹ ਲੋਹ ਹਾਥ ਮਰੋਰੋਂ, ਬਾਬਲ ਹੋਈ ਸੋ ਸੋ ਲੋਰੋਂ। ਮੈਂ ਝੱਲੀ ਹੋ ਕੇ ਪ੍ਰਭੂ ਦੇ ਮਿਲਾਪ ਦੇ ਵਿੱਚ ਬਹੁਤ ਭੱਜ ਦੌੜ ਕਰ ਰਹੀ ਹਾਂ। ਹਾਂ, ਮੈਨੂੰ ਪਤਾ ਹੈ, ਹੇ ਪ੍ਰਭੂ, ਮੈਂ ਇਸ ਗੱਲ ਤੋਂ ਮੁਕਰਦੀ ਨਹੀਂ। ਤੈਂ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ਼। ਇਹ ਵਿਛੋੜੇ ਦਾ ਕਾਰਨ ਮੇਰੇ ਔਗਣ ਨੇ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੈ ਪਛਤਾਨੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹਉ ਬਿਰਹੈ ਜਾਲੀ। ਪਿਰਹੈ ਬਿਹੂਨ ਕਤ ਹੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਇੱਥੇ ਵੀ ਉਹੀ ਮਿਲਾਪ ਦੇ ਸਾਧਨ ਦਾ ਜ਼ਿਕਰ ਕੀਤਾ। ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਕਰ ਕਿਰਪਾ ਮਿਲਹੁ ਰਾਮ। ਹੇ ਮੇਰੇ ਪ੍ਰਭੂ, ਅਸੀਂ ਆਪਣੇ ਔਗਣਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ, ਤੇ ਸਾਨੂੰ ਆਪਣੀ ਕਿਰਪਾ ਦਾ, ਆਪਣੀ ਮਿਹਰ ਦਾ ਪਾਤਰ ਬਣਾ, ਤਾਂ ਕਿ ਅਸੀਂ ਤੇਰੇ ਮਿਲਾਪ ਦਾ ਆਨੰਦ ਮਾਣ ਸਕੀਏ। ਚਾਰ ਕੁੰਟ 10 ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਸ਼ਾਮ ਤੋਂ ਭਾਵ ਉਹਦੀ ਸ਼ਰਨ ਵਿੱਚ ਕਿ ਹੇ ਮੇਰੇ ਪ੍ਰਭੂ, ਅਸੀਂ
ਚੌਹਾਂ ਦਿਸ਼ਾਵਾਂ, ਦਸੇ ਦਿਸ਼ਾਵਾਂ, ਚੌਹਾਂ ਕੁੰਟਾਂ ਦੇ ਵਿੱਚ ਅਸੀਂ ਭਟਕ ਭਟਕ ਕੇ ਆਏ ਹਾਂ। 4 ਦਿਸ਼ਾਵਾਂ ਨੇ, ਫਿਰ ਉਹਨਾਂ ਚੌਹਾਂ ਦਿਸ਼ਾਵਾਂ ਦੇ 4 ਜੋ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਦੇ ਵਿਚਕਾਰਲੀ ਜਿਹੜੀ ਥਾਂ ਹੈ ਉਹਨੂੰ ਵੀ ਗਿਣਤੀ ਵਿੱਚ ਲਿਆਂਦਾ। ਉੱਪਰ ਔਰ ਥੱਲੇ 4 ਦਿਸ਼ਾਵਾਂ ਤੇ ਫਿਰ ਉਹ ਜਿਹੜੇ ਵਿਚਕਾਰ ਉਹਨਾਂ ਦੇ ਕੋਨੇ ਨੇ 8, ਉੱਪਰ ਔਰ ਥੱਲੇ। ਕਹਿਣ ਦਾ ਭਾਵ ਵੀ ਮੈਂ ਸਾਰੇ ਪਾਸੇ ਦਸੇ ਦਿਸ਼ਾਵਾਂ ਵਿੱਚ ਸੁੱਖ ਨੂੰ, ਆਨੰਦ ਨੂੰ ਲੱਭਦੀ ਲੱਭਦੀ ਥੱਕ ਕੇ ਹਾਰ ਕੇ ਤੇਰੀ ਸ਼ਰਨ ਵਿੱਚ ਆਈ ਹਾਂ। ਥੱਕ ਆਏ ਪ੍ਰਭ ਕੀ ਸ਼ਾਮ, ਹੁਣ ਮੈਂ ਤੇਰੀ ਸ਼ਰਨ ਵਿੱਚ ਆਈ ਹਾਂ। ਬਹੁਤ ਆਲੇ ਦੁਆਲੇ ਭਟਕ ਭਟਕ ਕੇ ਵੇਖ ਲਿਆ, ਕਿਸੇ ਥਾਂ ਤੋਂ ਵੀ ਮੈਨੂੰ ਆਨੰਦ, ਸਕੂਨ, ਸੁੱਖ ਮਿਲਿਆ ਹੀ ਨਹੀਂ। ਬਾਣੀ ਵਿੱਚ ਇੱਕ ਵਚਨ ਆਉਂਦਾ, ਮੇਲ ਲਹਿਓ ਦਇਆਲ ਢਹਿ ਪਏ ਦੁਆਰਿਆ, ਰਖ ਲੇਵਹੋ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹੈ, ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਏ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਹੇ ਮੇਰੇ ਪ੍ਰਭੂ, ਅਸੀਂ ਤੇਰੀ ਸ਼ਰਨ 'ਚ ਆ ਕੇ ਢਹਿ ਪਏ ਹਾਂ ਤੇਰੇ ਦਰ ਦੇ ਉੱਤੇ। ਸਾਡੀ ਰੱਖਿਆ ਕਰੋ, ਸਾਨੂੰ ਆਪਣੇ ਨਾਲ ਮਿਲਾ ਲਵੋ। ਕਿਉਂਕਿ ਜੇ ਅਸੀਂ ਤੁਹਾਡੀ ਸ਼ਰਨ ਵਿੱਚ ਆਉਂਦੇ ਹਾਂ, ਜੇ ਤੂੰ ਸਾਨੂੰ ਮਿਲਾ ਲਵੇਂ, ਤਾਂ ਜਿਹੜੀ ਅਸੀਂ ਪਿੱਛੇ ਭਟਕਣਾ ਵਿੱਚ ਉਲਝ ਕੇ ਦੁੱਖ ਸਹਿਆ, ਠੇਡੇ ਠੋਕਰਾਂ ਖਾਧੇ ਹਨ, ਸਾਨੂੰ ਉਹ ਵੀ ਭੁੱਲ ਜਾਣਗੇ ਜੇ ਤੂੰ ਸਾਨੂੰ ਹੁਣ ਮਿਲਾ ਲਵੇਂ। ਬਿਲਾਵਲ ਰਾਗ ਦੇ ਵਿੱਚ ਵਚਨ ਆਉਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਰਾਖ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਅਕਾਥ। ਤੇ ਉਸ ਪਾਵਨ ਸ਼ਬਦ ਵਿੱਚ ਗੁਰਦੇਵ ਜੀ ਦੇ ਇਹ ਵਚਨ ਹਨ ਕਿ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। ਵੀ ਜਿਹੜੀ ਉਹ ਸਾਡੀ ਘਾਲਣਾ ਸੀ ਨਾ, ਜਿਹੜਾ ਸਾਡਾ ਅਕੇਵਾ ਥਕੇਵਾ, ਉਹ ਤੇਰੇ ਮਿਲਾਪ ਦੇ ਕਰਕੇ ਸਭ ਦੂਰ ਹੋ ਜਾਂਦਾ। ਸ਼ੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। ਨਿਧ ਨਿਧਾਨ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਥ। ਜੇ ਤੂੰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਵੇਂ, ਆਪਣੇ ਮਿਲਾਪ ਦਾ ਸਾਨੂੰ ਸੁੱਖ ਦੇਵੇਂ, ਤਾਂ ਸਾਡੀਆਂ ਉਹ ਸਾਰੀਆਂ ਜਿਹੜੀਆਂ ਥਕਾਵਟਾਂ ਸੀ, ਠੇਡੇ ਠੋਕਰਾਂ ਖਾਧੀਆਂ, ਉਹ ਸਾਨੂੰ ਸਭ ਦੁੱਖ ਭੁੱਲ ਜਾਣਗੇ। ਤੇ ਜੇ ਤੂੰ ਹੁਣ ਸਾਡੇ ਤੇ ਮਿਹਰ ਕਰ ਦੇਵੇਂ, ਕਿਉਂਕਿ ਇਹ ਗੱਲ ਅਸੀਂ ਚੰਗੀ ਤਰ੍ਹਾਂ ਮਹਿਸੂਸ ਕਰ ਲਈ ਹੈ ਕਿ ਧੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ। ਕਿ ਜਿੱਦਾਂ ਇੱਕ ਗਾਂ, ਦੁੱਧੋਂ ਭੱਜੀ ਗਾਂ, ਜਿਹੜੀ ਗਾਂ ਤਾਂ ਦੁੱਧ ਦੇ ਰਹੀ ਹੈ, ਉਹਦਾ ਮਾਲਕ ਉਹਦੀ ਸਾਂਭ ਸੰਭਾਲ ਕਰਦਾ, ਉਹਨੂੰ ਦਾਣਾ ਪੱਠਾ ਵਕਤ ਸਿਰ ਪਾਉਂਦਾ ਹੈ। ਤੇ ਜਿਹੜੀ ਦੁੱਧੋਂ ਭੱਜੀ ਗਾਂ ਹੈ, ਉਹਨੂੰ ਉਹਦਾ ਤਾਂ ਰੱਸਾ ਖੋਲ੍ਹ ਦਿੱਤਾ ਜਾਂਦਾ, ਉਹ ਵਿਚਾਰੀ ਫਿਰ ਠੇਡੇ ਠੋਕਰਾਂ ਹੀ ਖਾਂਦੀ ਹੈ ਬਾਹਰ। ਕਦੇ ਕੋਈ ਟੰਬਾ ਮਾਰਦਾ ਆ ਕੇ ਉਹਨੂੰ, ਉਹ ਕਦੇ ਕਿਸੇ ਖੇਤ ਵਿੱਚ ਜਾਂਦੀ ਆ, ਕਦੇ ਉਹਦੇ ਮਗਰ ਨਗਰ ਦੇ ਜਿਹੜੇ ਕੁੱਤੇ ਨੇ ਉਹ ਉਹਨੂੰ ਵੱਢਦੇ ਨੇ। ਹੇ ਮੇਰੇ ਮਾਲਕ, ਜਿਵੇਂ ਉਹ ਦੁੱਧੋਂ ਭੱਜੀ ਗਾਂ ਕਿਸੇ ਕੰਮ ਨਹੀਂ, ਤੇ ਸਾਨੂੰ ਪਤਾ ਵੀ ਤੇਰੇ ਮਿਲਾਪ ਤੋਂ ਬਿਨਾਂ, ਤੇਰੇ ਨਾਮ ਤੋਂ ਬਿਨਾਂ ਸਾਡਾ ਵੀ ਹਾਲ ਉਸ ਗਾਂ ਵਰਗਾ ਹੀ ਹੈ। ਸਾਨੂੰ ਵੀ ਠੇਡੇ ਠੋਕਰਾਂ ਹੀ ਨੇ, ਦੁੱਖ ਨੇ, ਚਿੰਤਾ ਨੇ, ਫਿਕਰ ਨੇ, ਜਿਹੜੇ ਤੇਰੇ ਤੋਂ ਵਿਛੜ ਜਾਂਦੇ ਨੇ। ਇਸ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ। ਇੱਕ ਹੋਰ ਉਦਾਹਰਨ ਨਾਲ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਜਲ ਬਿਨ ਸ਼ਾਖ ਕੁਮਲਾਵਤੀ, ਉਪਜੈ ਨਾਹੀ ਦਾਮ।
ਜਿੱਦਾਂ ਫਸਲ ਪਾਣੀ ਉਹਨੂੰ ਨਾ ਮਿਲੇ ਤੇ ਸੁੱਕ ਜਾਂਦੀ ਹੈ, ਕੁਮਲਾ ਜਾਂਦੀ ਹੈ, ਤੇ ਫਿਰ ਉਪਜੈ ਨਾਹੀ ਦਾਮ। ਜਦੋਂ ਫਸਲ ਦਾ ਚੰਗਾ ਝਾੜ ਹੀ ਨਾ ਹੋਇਆ ਤੇ ਉਹ ਵਿਕਣੀ ਕਿੱਥੇ ਸੀ, ਤੇ ਉਹਦੇ ਦਮੜੇ ਕੀ ਪ੍ਰਾਪਤ ਹੋਣੇ ਸੀ, ਉਹਦਾ ਚੰਗਾ ਮੁੱਲ ਨਹੀਂ ਵਟਿਆ ਜਾਂਦਾ। ਇਸ ਲਈ ਹੇ ਮੇਰੇ ਮਾਲਕ ਵਾਹਿਗੁਰੂ ਪ੍ਰਭੂ ਜੀ, ਸਾਡੀ ਵੀ ਹਾਲਤ ਕੁਝ ਐਸੀ ਹੀ ਹੈ। ਬੜੇ ਪਿਆਰੇ ਬਚਨ ਨੇ ਬਾਣੀ ਵਿੱਚ, ਆਪਣੇ ਸੇਵਕ ਕੋ ਕਬਹੂ ਨਾ ਵਿਸਾਰਹੁ। ਦੇਖੋ ਨਾ ਕਿੱਡੇ ਪਿਆਰ ਦੇ ਨਾਲ ਮਹਾਰਾਜ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾ ਰਹੇ ਨੇ। ਆਪਣੇ ਸੇਵਕ ਕੋ ਕਬਹੂ ਨਾ ਵਿਸਾਰਹੁ, ਔਰ ਲਾਗਹੁ ਸੁਆਮੀ ਪ੍ਰਭ ਮੇਰੇ, ਪੂਰਬ ਪ੍ਰੀਤ ਗੋਬਿੰਦ ਵਿਚਾਰਹੁ। ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ, ਹਮਰੇ ਦੋਖ ਹਿਰਦੈ ਮਤ ਧਾਰੋ। ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ, ਹਉਮੈ ਪਟਲ ਕਿਰਪਾ ਕਰ ਜਾਰੋ। ਅੱਗੇ ਬਚਨ ਬੜੇ ਪਿਆਰੇ ਆਉਂਦੇ ਨੇ, ਜਲ ਬਿਹੂਨ ਮੀਨ ਕਤ ਜੀਵਨ, ਦੂਧ ਬਿਨਾ ਰਹਿਨ ਕਤ ਬਾਰੋ। ਕਿ ਪਾਣੀ ਤੋਂ ਬਿਨਾ ਮੱਛੀ ਦਾ ਜੀਵਨ ਭਲਾ ਕਿਵੇਂ ਸੰਭਵ ਹੈ, ਤੇ ਦੁੱਧ ਤੋਂ ਬਿਨਾ ਇੱਕ ਬਾਲ ਨਿੱਕਾ ਜਿਹਾ ਬੱਚਾ ਕਿਵੇਂ ਰਹਿ ਸਕਦਾ ਹੈ। ਇਸ ਲਈ ਮੇਰੇ ਮਾਲਕ ਸਾਡੀ ਇਹ ਬੇਨਤੀ ਹੈ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸੁਆਮੀ ਸੁਖ ਸਾਰੂ। ਸਾਨੂੰ ਆਪਣੀ ਸ਼ਰਨ ਵਿੱਚ ਰੱਖ, ਆਪਣਾ ਸਾਨੂੰ ਮਿਲਾਪ ਬਖਸ਼ਿਸ਼ ਕਰ, ਕਿਉਂਕਿ ਜਿਹੜੇ ਤੇਰੇ ਤੋਂ ਵਿਛੜੇ ਹੋਏ ਨੇ ਨਾ, ਬੜੇ ਪਿਆਰੇ ਬਚਨ ਆਉਂਦੇ ਨੇ, ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਬਿਹਾਵੇ, ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਜਿਹੜੇ ਤੇਰੇ ਤੋਂ ਵਿਛੜੇ ਹੋਏ ਨੇ, ਉਹਨਾਂ ਦੇ ਜੀਵਨ ਵਿੱਚ ਤਾਂ ਹਉਕੇ ਹਾਵੇ ਮੁੱਕਣ ਦਾ ਨਾਂ ਹੀ ਨਹੀਂ ਲੈਂਦੇ। ਹਰ ਨਾਹ ਨ ਮਿਲੀਏ ਸਾਜਨ, ਕਤ ਪਾਈਏ ਵਿਸਰਾਮ। ਜਿਉ ਖਸਮ ਪ੍ਰਭੂ ਸਾਨੂੰ ਆਪਣੇ ਮਿਲਾਪ ਦਾ ਸੁੱਖ ਹੀ ਨਾ ਦੇਵੇ, ਤੇ ਕਤ ਪਾਈਏ ਵਿਸਰਾਮ, ਫਿਰ ਤੇ ਜਿਹੜੀ ਅੰਦਰ ਮਨ ਦੀ ਭਟਕਣਾ ਉਹ ਕਦੇ ਵੀ ਨਹੀਂ ਮੁੱਕ ਸਕਦੀ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਜਿਸ ਹਿਰਦੇ ਘਰ ਵਿੱਚ ਉਹ ਪ੍ਰਭੂ ਪਤੀ ਪ੍ਰਗਟ ਨਹੀਂ ਹੁੰਦਾ, ਕਹਿੰਦੇ ਉਹ ਤਾਂ ਹਿਰਦਾ ਘਰ ਇਉਂ ਤਪਦਾ ਜਿਵੇਂ ਭੱਠ ਤਪਦਾ ਹੋਵੇ, ਜਿੱਦਾਂ ਆਵੇ ਤਪਦੇ ਹੋਣ। ਜਿਵੇਂ ਜਿਸ ਭੱਠ ਦੇ ਵਿੱਚ ਇੱਟਾਂ ਹੋਰ ਮਿੱਟੀ ਦੇ ਭਾਂਡੇ ਪਕਾਏ ਜਾਂਦੇ ਨੇ, ਉਸ ਭੱਠ ਦੇ ਵਾਂਗ ਉਹ ਹਿਰਦਾ ਤਪਦਾ ਹੈ, ਜਿਸ ਹਿਰਦੇ ਘਰ ਵਿੱਚ ਉਹ ਪ੍ਰਭੂ ਪਤੀ ਪ੍ਰਗਟ ਨਹੀਂ ਹੁੰਦਾ। ਕਿਉਂਕਿ ਸਾਰੀ ਦੁਨੀਆ ਅੱਗ ਦਾ ਹੀ ਰੂਪ ਹੈ। ਆਤਸ ਦੁਨੀਆ ਖੁਨਕ ਨਾਮ ਖੁਦਾਏ। ਠੰਡਾ ਤਾਂ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਹੇ ਪ੍ਰਭੂ, ਸਾਡੀ ਬੇਨਤੀ ਸੁਣ, ਸਾਡੇ ਹਿਰਦੇ ਵਿੱਚ ਪ੍ਰਗਟ ਹੋ, ਸਾਨੂੰ ਆਪਣੇ ਮਿਲਾਪ ਦਾ ਸੁੱਖ ਬਖਸ਼। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਹਾਰੀ ਮੱਲ ਜੀ ਦੇ ਪੁੱਤਰ ਦੇ ਵਿਆਹ 'ਤੇ ਲਾਹੌਰ ਭੇਜਿਆ ਸੀ, ਤੇ ਨਾਲ ਵਚਨ ਕੀਤਾ ਸੀ ਕਿ ਜਦੋਂ ਤੱਕ ਅਸੀਂ ਨਾ ਬੁਲਾਈਏ ਉਦੋਂ ਤੱਕ ਨਹੀਂ ਆਉਣਾ। ਉੱਥੇ ਰਹਿ ਕੇ, ਲਾਹੌਰ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਵਿਆਹ ਸਮਾਗਮ ਦੇ ਵਿੱਚ ਗਏ, ਤੇ ਵਿਆਹ ਸਮਾਗਮ ਜਦੋਂ ਪੂਰਾ ਹੋਇਆ, ਫਿਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਉੱਥੇ ਲਾਹੌਰ ਜੱਦੀ ਘਰ ਸੀ, ਚੂਨੀ ਮੰਡੀ ਵਿੱਚ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ। ਜਿਹੜਾ ਉਹ ਜੱਦੀ ਘਰ ਸੀ, ਉਸ ਨੂੰ ਗੁਰੂ ਅਰਜਨ ਦੇਵ ਜੀ ਨੇ ਧਰਮਸ਼ਾਲਾ ਦਾ ਰੂਪ ਦਿੱਤਾ। ਉੱਥੇ ਸਤ ਸੰਗਤ ਹੋਣੀ, ਨਾਮ ਜਪਣਾ ਜਪਾਉਣਾ, ਤੇ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਿਤਾ ਜੀ ਦੇ ਅੰਦਰ ਜਦੋਂ ਗੁਰੂ ਦੇ ਮਿਲਾਪ ਦੀ ਤੜਪ ਪੈਦਾ ਹੋਈ,
ਤਾਂ ਮਹਾਰਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਿਤਾ ਜੀ ਨੇ ਇੱਕ ਪਪੀਹੇ ਦੀ ਤਸਵੀਰ ਬਣਾ ਕੇ ਕਾਗਜ਼ ਤੇ ਉਹ ਅੰਮ੍ਰਿਤਸਰ ਭੇਜੀ ਗੁਰੂ ਰਾਮਦਾਸ ਮਹਾਰਾਜ ਦੇ ਪਾਸ, ਜਿਸ ਦਾ ਭਾਵ ਸੀ ਕਿ ਮੇਰੀ ਹਾਲਤ ਹੁਣ ਪਪੀਹੇ ਵਰਗੀ ਹੋਈ ਪਈ ਹੈ। ਜਿੱਦਾਂ ਇੱਕ ਪਪੀਹਾ ਸਵੰਤੀ ਬੂੰਦ ਵਾਸਤੇ ਤੜਪਦਾ ਹੈ, ਇੱਦਾਂ ਹੀ ਮੇਰੇ ਅੰਦਰ ਵੀ ਇੱਕ ਤੜਪ ਹੈ ਤੁਹਾਡੇ ਦੀਦਾਰ ਦੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਬੇਨਤੀ ਨੂੰ ਸੁਣਿਆ ਤੇ ਮਹਾਰਾਜ ਜੀ ਨੇ ਇੱਕ ਕਾਗਜ਼ ਉੱਤੇ ਪੈਨਸਲ ਦੇ ਨਾਲ ਵਰਦੇ ਹੋਏ ਬੱਦਲ ਦੀ ਤਸਵੀਰ ਛਾਪ ਕੇ ਭੇਜ ਦਿੱਤੀ ਕਿ ਤੁਸੀਂ ਧੀਰਜ ਰੱਖੋ, ਵਰਖਾ ਵੀ ਹੋਣ ਹੀ ਵਾਲੀ ਹੈ, ਮਿਹਰ ਦਾ ਬੱਦਲ ਵਰਨ ਹੀ ਵਾਲਾ ਹੈ। ਜਿਸ ਹਿਰਦੇ ਘਰ ਦੇ ਵਿੱਚ ਪ੍ਰਭੂ ਪਤੀ ਪ੍ਰਗਟ ਨਾ ਹੋਵੇ, ਉਸ ਹਿਰਦੇ ਘਰ ਦੇ ਅੰਦਰ ਤਪਸ਼ ਹੈ, ਕਿਉਂਕਿ ਸ਼ੀਤਲਤਾ ਦਾ ਸੋਮਾ ਉਹ ਪਰਮਾਤਮਾ ਹੈ। ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਿਹੀ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅਗਲੇ ਵਚਨ ਹਨ, ਸਰਬ ਸ਼ਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਕਿ ਸਾਰੇ ਕੀਤੇ ਹੋਏ ਹਾਰ ਸ਼ਿੰਗਾਰ, ਪਾਨ ਆਦਿਕ ਜਿਹੜੇ ਹੋਰ ਰਸ ਕਸ ਹਨ, ਉਹ ਸਭ ਦੁਖਦਾਈ ਹੀ ਜਾਪਦੇ ਨੇ। ਵਾਹਿਗੁਰੂ ਦੇ ਨਾਮ ਤੋਂ ਵਿਹੂਣੇ, ਪ੍ਰਭੂ ਦੇ ਮਿਲਾਪ ਤੋਂ ਬਿਨਾ ਸਭ ਕੁਝ ਹੀ ਦੁਖਦਾਈ ਜਾਪਦਾ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਜਿਹੜੀਆਂ ਆਪਣੇ ਪ੍ਰਭੂ ਸੁਆਮੀ ਖਸਮ ਤੋਂ ਵਿਛੜੀਆਂ ਹੋਈਆਂ ਨੇ, ਉਹਨਾਂ ਜੀਵ ਇਸਤਰੀਆਂ ਵਾਸਤੇ ਮੀਤ ਸੱਜਣ ਸਭ ਜਾਮ। ਕੀ ਹਾਰ ਸ਼ਿੰਗਾਰ, ਕੀ ਪਾਨ ਆਦਿਕ ਦੇ ਰਸ ਕਸ, ਹੋਰ ਜਿਹੜੇ ਸੁੱਖ ਨੇ, ਸੱਜਣ ਮਿੱਤਰ ਸਾਰੇ ਹੀ ਜਮਾਂ ਦਾ ਰੂਪ ਜਾਪਦੇ ਨੇ। ਜਿੱਦਾਂ ਮੇਲੇ ਵਿੱਚ ਆਪਣੇ ਬਾਪ ਤੋਂ ਵਿਛੜੇ ਹੋਏ ਬਾਲਕ ਦੀ ਹਾਲਤ ਹੁੰਦੀ ਆ ਨਾ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਨਾ ਖਿਡੌਣੇ, ਨਾ ਉਹ ਇਕੱਠ, ਨਾ ਮਠਿਆਈ ਦੀਆਂ ਦੁਕਾਨਾਂ, ਨਾ ਭੰਗੂੜੇ, ਕੁਝ ਵੀ ਚੀਜ਼ ਉਹਨੂੰ ਚੰਗੀ ਨਹੀਂ ਲੱਗਦੀ, ਕਿਉਂਕਿ ਉਹ ਆਪਣੇ ਬਾਪ ਦੇ ਨਾਲੋਂ ਵਿਛੜ ਗਿਆ। ਤੇ ਜਦੋਂ ਬਾਪ ਦੀ ਉਂਗਲ ਦੇ ਨਾਲ ਉਹ ਲੱਗਿਆ ਹੋਇਆ ਸੀ, ਬਾਪ ਦੇ ਨਾਲ ਉਹ ਮੇਲੇ ਨੂੰ, ਭੰਗੂੜੇ ਨੂੰ, ਮਠਿਆਈ ਦੀਆਂ ਦੁਕਾਨਾਂ ਨੂੰ, ਖਿਡੌਣਿਆਂ ਨੂੰ ਵੇਖ ਵੇਖ ਬੜਾ ਖੁਸ਼ ਹੋ ਰਿਹਾ ਸੀ। ਇਸੇ ਤਰ੍ਹਾਂ ਪ੍ਰਭੂ ਦੇ ਮਿਲਾਪ ਤੋਂ ਬਿਨਾ ਜੀਵਨ ਦੇ ਵਿੱਚ ਕੋਈ ਵੀ ਵਸਤੂ ਸਕੂਨ ਜਾਂ ਸੁੱਖ ਨਹੀਂ ਦੇ ਸਕਦੀ। ਸਕੂਨ ਜਾਂ ਸੁੱਖ ਦਾ ਸੋਮਾ ਰੱਬੀ ਮਿਲਾਪ ਹੈ। ਬਾਣੀ 'ਚ ਬੜੇ ਪਿਆਰੇ ਬਚਨ ਆਉਂਦੇ ਨੇ, ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵੇਸੂਰੇ, ਸੋ ਪ੍ਰਭ ਚਿਤ ਨ ਆਵਈ, ਵਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਇਸ ਲਈ ਪ੍ਰਭੂ ਦਾ ਮਿਲਾਪ ਬਹੁਤ ਜ਼ਰੂਰੀ ਹੈ। ਪ੍ਰਭੂ ਦੇ ਮਿਲਾਪ ਤੋਂ ਬਿਨਾ ਕੋਈ ਦੁਨੀਆ ਦਾ ਪਦਾਰਥ ਜਿੰਨਾ ਮਰਜ਼ੀ ਕੀਮਤੀ ਹੋਵੇ, ਸੁੱਖ ਨਹੀਂ ਦੇ ਸਕਦਾ। ਇਸੇ ਲਈ ਬੇਨਤੀ ਕੀਤੀ, ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹੇ ਪ੍ਰਭੂ, ਤੇਰੇ ਚਰਨਾਂ 'ਚ ਬੇਨਤੀ ਹੈ, ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਪਰਮਾਤਮਾ ਦੇ ਚਰਨਾਂ 'ਚ ਇਹ ਜੋਦੜੀ ਕੀਤੀ ਗਈ ਕਿ ਮੈਨੂੰ ਉਸ ਪ੍ਰਭੂ ਦਾ ਮਿਲਾਪ ਹੋ ਜਾਵੇ, ਜਿਸ ਪ੍ਰਭੂ ਦਾ ਨਿਹਚਲ ਧਾਮ ਹੈ, ਜਿਸ ਪ੍ਰਭੂ ਦਾ ਨਿਹਚਲ ਧਾਮ ਹੈ, ਜਿਹਦਾ ਧਾਮ ਸਦਾ ਟਿਕੇ ਰਹਿਣ ਵਾਲਾ ਹੈ। ਸਤਿਗੁਰੂ
ਧੰਨ ਗੁਰੂ ਅਰਜਨ ਦੇਵ ਸੱਚੇ ਪਿਤਾ ਮਹਾਰਾਜ ਜੀ ਨੇ ਇਸ ਪਾਵਨ ਪਦੇ ਦੇ ਰਾਹੀਂ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾਂ ਸਾਡੇ ਜੀਵਨ ਦੀ ਕੋਈ ਵੀ ਕੀਮਤ ਨਹੀਂ ਹੈ। ਰੱਬੀ ਮਿਲਾਪ ਤੋਂ ਵਿਹੂਣਾ ਬੰਦਾ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਸ ਲਈ ਇਹ ਬੇਨਤੀ ਅਸੀਂ ਵੀ ਰਲ ਕੇ ਗੁਰੂ ਚਰਨਾਂ ਵਿੱਚ ਕਰੀਏ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਇਨ੍ਹਾਂ ਵਿਚਾਰਾਂ ਦੇ ਨਾਲ ਹੀ ਇਸ ਪਦੇ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ। ਸੰਪੂਰਨਤਾ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।